ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਕਿਸ ਤਰ੍ਹਾਂ ਰਹੀ ਤੇ ਹੁਣ ਨਵੇਂ ਸਾਲ ਦੇ ਵਿੱਚ ਸੰਘਰਸ਼ ਨੂੰ ਹੋਰ ਅੱਗੇ ਕਿਵੇਂ ਵਧਾਇਆ ਜਾਏਗਾ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਜੋਗਿੰਦਰ ਸਿੰਘ ਜੀ ਨੇ। ਪ੍ਰਧਾਨ ਜੀ, ਪਹਿਲਾਂ ਤਾਂ ਜਿਹੜੀ ਮੀਟਿੰਗ ਰਹੀ ਹੈ, ਕੱਲ ਦੀ ਜਿਹੜੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਰਵੱਈਆ ਰਿਹਾ ਸੀ? देखो, मीटिंग ਦੇ ਵਿੱਚ ਸਰਕਾਰ ਦਾ ਰਵੱਈਆ ਕੋਈ ਮਾੜਾ ਨਹੀਂ ਸੀ, ठीक ਸੀ। जिस तरह का होना चाहिए उस तरह का सी। गलबात चली है, दोनों पासों चली है, उधरों भी चली है, इधरों भी चली है। पर ਉਹਦੇ ਵਿੱਚ ਪਹਿਲਾਂ ਨਾਲੋਂ ਇਹ ਤਾਂ ਕਿਹਾ ਜਾ ਸਕਦਾ ਵੀ ਸਰਕਾਰ ਮੁੜੀ ਹੈ। ਘੋਲ ਦੇ ਦਬਾਅ ਦਾ ਸਦਕਾ ਦੋ ਮੰਗਾਂ ਤੇ ਇਹਨਾਂ ਨੂੰ ਕੁਛ ਨਾ ਕੁਛ ਬੋਲਣਾ ਪਿਆ, ਕੁਛ ਨਾ ਕੁਛ ਦੇਣਾ ਪਿਆ। ਪਰ ਜਿਹੜੀਆਂ ਵੱਡੀਆਂ ਦੋ ਮੰਗਾਂ ਨੇ, ਮਹੱਤਵਪੂਰਨ ਮੰਗਾਂ, MSP ਤੇ ਖੇਤੀ ਦੇ ਕਾਨੂੰਨ, ਉਹਨਾਂ ਤੇ ਸਰਕਾਰ ਪਹਿਲਾਂ ਵਾਲੀ ਥਾਂ ਹੀ ਖੜੀ ਹੋਈ ਹੈ। ਉਹਦੇ ਵਾਸਤੇ ਉਹਨਾਂ 4 ਤਰੀਕ ਦਾ ਸਮਾਂ ਲਿਆ। 4 ਤਰੀਕ ਨੂੰ ਉਹ ਕੀ ਬਣਾ ਕੇ ਲੈ ਕੇ ਆਉਂਦੇ ਨੇ। ਇਧਰ ਇੱਕ ਛੋਟੀ ਕਮੇਟੀ ਦੀ ਮੰਗ ਵੀ ਕੀਤੀ ਹੈ, ਉਹ ਕੀ ਬਣਾ ਕੇ ਲਿਆਉਂਦੇ ਨੇ ਕਾਨੂੰਨਾਂ ਦਾ, MSP ਬਾਰੇ ਕੀ ਕਰਦੇ ਨੇ, ਉਹ 4 ਤਰੀਕ ਨੂੰ ਪਤਾ ਲੱਗੂ। ਜਿਵੇਂ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਦੀਆਂ 50% ਮੰਗਾਂ ਨੇ ਜਿਹੜੀਆਂ ਉਹ ਮੰਨ ਲਈਆਂ ਗਈਆਂ ਨੇ, ਪਰ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਉਂਕਿ ਜਿਹੜੀਆਂ ਮੰਗਾਂ ਦੇ ਉੱਪਰ ਗੱਲ ਹੋ ਰਹੀ ਆ, ਸ਼ਾਇਦ ਉਹ ਤਾਂ ਕਿਸਾਨ ਪਹਿਲਾਂ ਹੀ ਕਹਿ ਰਹੇ ਨੇ ਕਿ ਬੇहद ਛੋਟੀਆਂ ਮੰਗਾਂ ਸੀ, ਚਾਹੇ ਬਿਜਲੀ ਦਾ ਉਹ ਜਿਹੜਾ ਬਿੱਲ ਮੁੱਦਾ ਸੀ ਜਾਂ ਫਿਰ ਪਰਾਲੀ ਦੇ ਵਾਲਾ ਸੀ, ਕਿਉਂਕਿ ਵੱਡੀ ਮੰਗ ਤਾਂ ਸਭ ਤੋਂ ਵੱਡੀ ਤਾਂ ਜਿਹੜੀ ਕਿਸਾਨੀ ਬਿੱਲਾਂ ਨੂੰ ਲੈ ਕੇ ਹੈਗੀ ਸੀ, ਸੀ। ਮਤਲਬ ਕਿੰਨੀ % ਕਹਿ ਸਕਦੇ ਹਾਂ? ਅਗਰ 100 ਦੇ ਵਿੱਚੋਂ ਸਰਕਾਰ ਜੇ 50% ਕਹਿ ਰਹੀ ਹੈ ਤਾਂ ਤੁਸੀਂ ਕਿੰਨੀ % ਮੰਨ? ਦੇਖੋ, ਪਰਸੈਂਟੇਜ ਨਹੀਂ ਇਹਦੀ ਕੋਈ ਬਣਦੀ, ਨਾ ਇਹ 50% ਬਣਦੀ ਹੈ, ਨਾ ਇਹਦੀ ਕੋਈ ਪਰਸੈਂਟੇਜ ਕਿਹਾ ਜਾ ਸਕਦਾ। ਅੰਸ਼ਕ ਪ੍ਰਾਪਤੀ ਕਹੀ ਜਾ ਸਕਦੀ ਹੈ। ਸਰਕਾਰ ਮੁੜੀ ਹੈ, ਪ੍ਰਾਪਤੀ ਕਹੀ ਜਾ ਸਕਦੀ ਹੈ। ਸਰਕਾਰ ਨੂੰ ਘੱਟੋ ਘੱਟ ਇਹ ਕਹਿਣਾ ਪਿਆ, ਜਿਹੜਾ ਉਹਨਾਂ ਨੇ ਮਤਲਬ ਇਹ ਅੰਦੋਲਨ ਦੌਰਾਨ ਇਹ ਬਣਾਇਆ ਸੀ ਕਾਨੂੰਨ, ਕਿਸਾਨਾਂ ਨੂੰ ਡਰਾਉਣ ਧਮਕਾਉਣ ਵਾਸਤੇ ਵੀ 1 ਕਰੋੜ ਰੁਪਇਆ ਜੁਰਮਾਨਾ ਕਰਾਂਗੇ, 5 ਸਾਲ ਦੀ ਕੈਦ ਕਰਾਂਗੇ। ਉਸ ਟਾਈਮ ਪਰਾਲੀ ਦਾ ਵੀ ਜ਼ੋਰ ਸੀ ਤੇ ਅੰਦੋਲਨ ਦਾ ਵੀ ਪੂਰਾ ਜ਼ੋਰ ਸੀ। ਉਸ ਟਾਈਮ ਇੱਕ ਧਮਕਾਉਣ ਵਾਸਤੇ ਜਿਵੇਂ 307 ਦਾ ਝੂਠਾ ਪਰਚਾ ਪਾ ਦਿੰਦੇ ਆ, ਇਹ ਉਸ ਤਰ੍ਹਾਂ ਦੀ ਕਾਰਵਾਈ ਸੀ। ਬਸ ਉਹ ਵਾਪਸੀ ਲਈ ਆ ਉਹ ਕਾਰਵਾਈ, ਜਿਵੇਂ ਕੇਸ ਵਾਪਸ ਹੋ ਜਾਂਦੇ ਨੇ ਉਸ ਤਰ੍ਹਾਂ ਵਾਪਸ ਕੀਤਾ ਇਹਨੂੰ। ਦੂਜੀ ਬਿਜਲੀ ਬਿੱਲਾਂ ਦਾ ਬਿੱਲ ਹੈ, ਕਾਨੂੰਨ ਨਹੀਂ ਉਹ ਬਣਿਆ। ਸਾਡੀ ਮੰਗ ਸੀ ਵੀ ਇਹ ਕਾਨੂੰਨ ਬਣੇ ਨਾ, ਇਹਨੂੰ ਰੋਕੋ, ਇਹਨੂੰ ਪਹਿਲਾਂ ਹੀ ਰੱਦ ਕਰੋ। ਉਹ ਕਾਨੂੰਨ ਨਹੀਂ ਰੱਦ, ਬਿੱਲ ਨਹੀਂ ਰੱਦ ਕੀਤਾ, ਰੋਕੀ ਗਿਆ। ਬਸ ਇਹੀ ਹੈ ਵੀ ਤੁਸੀਂ ਕਿਸਾਨਾਂ ਨੂੰ ਸਬਸਿਡੀ ਜਾਰੀ ਰਹੂਗੀ, ਇਹ ਜਵਾਨੀ ਹੈ। ਉਹ ਅਮਲ 'ਚ ਫਿਰ ਪਤਾ ਲੱਗਣਾ ਜਦੋਂ ਉਹਨਾਂ ਤੋਂ ਲਿਖਤੀ ਲਵਾਂਗੇ ਵੀ ਇਹਦਾ ਕੀ ਕੀਤਾ, ਉਹਨਾਂ ਨੇ ਕੀ ਨਹੀਂ ਕਰਨਾ। ਇਸ ਕਰਕੇ ਕਿਹਾ ਜਾ ਸਕਦਾ ਹੈ ਵੀ ਅੰਦੋਲਨ ਕਰਕੇ ਪਹਿਲਾਂ ਨਾਲੋਂ ਸਰਕਾਰ ਨੇ ਕੁਝ ਮੋੜਾ ਕੱਟਿਆ ਹੈ, ਪਰ ਉਹ ਗਾਂ ਤਿੰਨੇ ਕਾਨੂੰਨਾਂ ਤੇ MSP ਤੇ ਉਸੇ ਤਰ੍ਹਾਂ ਹੀ ਅੜੀ ਹੋਈ ਹੈ। ਉਹੀ ਰਵੱਈਆ, ਉਹ ਠੀਕ ਨੇ। ਕਿਸਾਨ ਜਥੇਬੰਦੀਆਂ ਸਿਫਾਰਿਸ਼ ਕਰਦੀਆਂ ਨੇ, ਵੱਡੇ ਮਾਹਰਾਂ ਨੂੰ ਪੁੱਛ ਕੇ ਕੀਤੀ ਹੈ, 15 ਸਾਲ ਡੀ ਕੇ ਕੀਤੀ ਹੈ। ਕਿਸਾਨ ਜਥੇਬੰਦੀਆਂ ਸਪਸ਼ਟ ਕਰ ਰਹੀਆਂ ਨੇ ਸਰਕਾਰ ਨੂੰ ਕਿ ਇਹ ਠੀਕ ਹੈ। ਕਿਸਾਨ ਜਥੇਬੰਦੀਆਂ ਦੇ ਨਾਂ ਵੀ ਗਿਣਾਏ ਨੇ। ਸਰਬ ਜੋਸ਼ੀ ਹੈ ਕੋਈ ਸਾਡਾ ਦੇਖਿਆ ਪਰਖਿਆ ਹੋਇਆ, ਉਹ ਜਿਹੜੀ ਦਫ਼ਤਰੀ ਜਥੇਬੰਦੀਆਂ ਬਣਾ ਕੇ ਪੇਸ਼ ਕੀਤੀਆਂ ਨੇ, ਅਸੀਂ ਉਹਨਾਂ ਨੂੰ ਇੱਥੇ ਦਫ਼ਤਰੀ ਹੀ ਕਿਹਾ, ਉਹਨਾਂ ਦੇ ਸਾਹਮਣੇ ਵੀ ਕਿਹਾ। ਠੀਕ ਹੈ, ਇਸ ਤਰ੍ਹਾਂ ਦੀ ਕੋਈ ਇੱਕ ਪਾਰਟੀ ਹੈ, ਇੱਕ ਪਾਵਰ ਹੈ, ਪਾਵਰ ਨੂੰ ਕੋਈ ਨਹੀਂ ਜਥੇਬੰਦੀਆਂ ਪੈਦਾ ਕਰਨੀਆਂ, ਰਾਤੋਂ ਰਾਤ ਪੈਦਾ ਕਰਨੀਆਂ ਕੋਈ ਔਖੀਆਂ ਨਹੀਂ। ਚਾਹੇ 10 ਜਥੇਬੰਦੀਆਂ ਪੈਦਾ ਕਰਕੇ 20 ਦੇ ਸਾਈਨ ਕਰਵਾ ਦੇਵੇ, ਇਹ ਕੋਈ ਔਖਾ ਨਹੀਂ। ਇਹਦਾ ਜਥੇਬੰਦੀਆਂ ਕਿਹੜੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਤਕਲੀਫ ਹੈ ਉਹ ਸੜਕਾਂ 'ਤੇ ਬੈਠੀਆਂ ਨੇ, ਜਿਨ੍ਹਾਂ ਦੇ ਫਾਇਦਾ ਕਰਦੇ ਉਹਨਾਂ ਨੂੰ ਦਿੱਲੀ ਸਰਕਾਰ ਕੋਲ ਆਉਣ ਦੀ ਕੀ ਲੋੜ ਹੈ? ਉਹਨੂੰ ਤਾਂ ਲੋੜ ਹੀ ਨਹੀਂ। ਜੀ, ਜਿਵੇਂ ਕਿ ਕਿਸਾਨ ਜਿਹੜੇ ਦਿੱਲੀ ਦੇ ਬਾਰਡਰ ਦੇ ਉੱਪਰ ਡਟੇ ਹੋਏ ਨੇ, ਜਿਵੇਂ ਤੁਸੀਂ ਕਿਹਾ ਪਹਿਲਾਂ ਗੱਲਬਾਤ ਦੇ ਵਿੱਚ ਵੀ ਕਿ ਜਿਹੜੇ ਖੇਤੀਬਾੜੀ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਹੀ ਪੀਸਫੁਲੀ ਤਰੀਕੇ ਦੇ ਨਾਲ ਸੰਘਰਸ਼ ਲੜ ਰਹੇ ਹੋ, ਤੁਸੀਂ ਕਿਸੇ ਰਾਜਨੀਤਿਕ ਪਾਰਟੀ ਨੂੰ ਆਪਣੀ ਸਟੇਜਾਂ ਦੇ ਉੱਪਰ ਜਗ੍ਹਾ ਨਹੀਂ ਦਿੱਤੀ ਹੈਗੀ। ਉਹਨਾਂ ਨੇ ਤੁਹਾਡੀ ਇੱਕ ਵਾਰ ਦੁਬਾਰਾ ਫਿਰ ਇਹ ਚੀਜ਼ਾਂ ਦੇ ਉੱਪਰ ਕਿਸਾਨਾਂ ਦੀ ਸ਼ਲਾਘਾ ਕੀਤੀ ਹੈ। ਪਰ ਇਸੇ ਦੇ ਨਾਲ ਹੀ ਜਦੋਂ ਪ੍ਰਧਾਨ ਮੰਤਰੀ ਇਸ ਖੇਤੀ ਕਾਨੂੰਨ ਦੇ ਮੁੱਦੇ ਉੱਪਰ ਬੋਲਦੇ ਨੇ ਤਾਂ ਉਹ ਕਹਿੰਦੇ ਨੇ ਕਿ ਜਿਹੜੇ ਇਹ ਲੋਕ ਨੇ, ਇਹ ਇੱਥੇ ਬੈਠੇ ਨੇ, ਇਹ ਵਿਰੋਧੀ ਪਾਰਟੀਆਂ ਦੇ, ਰਾਜਨੀਤਿਕ ਪਾਰਟੀਆਂ ਦੇ ਬਹਿਕਾਵੇ ਦੇ ਵਿੱਚ ਆ ਕੇ ਬੈਠੇ ਨੇ, ਉਹਨਾਂ ਵੱਲੋਂ ਇਹ ਸਾਰਾ ਅੰਦੋਲਨ ਖੜਾ ਕੀਤਾ ਗਿਆ। ਉਹ ਦੋਨੋਂ ਚੀਜ਼ਾਂ ਨੂੰ ਕਿਵੇਂ ਦੇਖਦੇ? ਇਹ ਬਹੁਤ ਦੁੱਖ ਦੀ ਗੱਲ ਹੈ। ਤੋਮਰ ਸਾਹਿਬ ਨੇ ਪਹਿਲਾਂ ਵੀ ਇਹੀ ਕਹੀ ਹੈ ਤੇ ਹੁਣ ਵੀ ਉਹਨਾਂ ਨੇ ਰਿਪੀਟ ਕੀਤਾ ਤੇ ਬਹੁਤ ਜ਼ੋਰ ਨਾਲ ਕੀਤੀ ਹੈ। ਇਹ ਤਾਂ ਮੋਦੀ ਸਾਹਿਬ ਦੇਖਣ ਵੀ ਉਹਨਾਂ ਦੀ ਭਾਸ਼ਾ ਦੋਵਾਂ ਦੀ ਇੱਕ ਦੂਜੇ ਨਾਲ ਬਦਲਵੀਂ ਕਿਉਂ ਹੈ। ਵੈਸੇ ਤੋਮਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਠੀਕ ਹੀ ਕਹੀ ਹੈ, ਹਕੀਕਤ ਹੈ, ਇਹ ਹਕੀਕਤ ਹੀ ਹੈ। ਇਹਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਤੁਸੀਂ ਦੇਖਿਆ ਹੋਣਾ ਸੀ ਪੰਡਾਲ ਦੇ ਵਿੱਚ ਕਿਸੇ ਪੋਲੀਟੀਕਲ ਬੰਦੇ ਨੂੰ ਦਾਖਲ ਨਹੀਂ ਹੋਣ ਦਿੰਦੇ।
ਬੋਲਣਾ ਦੂਰ ਦੀ ਗੱਲ, ਜੇ ਸਾਨੂੰ ਐ ਪਤਾ ਲੱਗ ਜੇ ਵੀ ਇੱਥੇ ਕੋਈ ਕਾਂਗਰਸ ਦਾ ਜਾਂ ਆਪ ਦਾ ਕੋਈ ਉੱਭਰਵਾਂ ਲੀਡਰ ਆਇਆ ਹੋਇਆ ਜਾਂ ਅਕਾਲੀਆਂ ਦਾ ਕੋਈ ਆਇਆ, ਅਸੀਂ ਕੱਢ ਕੇ ਬਾਹਰ ਬਿਠਾ ਦਿੰਦੇ ਹਾਂ ਉਹਨੂੰ। ਇੱਕ ਵਾਰੀ ਰਾਜਾ ਵੜਿੰਗ ਨੇ ਆਉਣ ਦੀ ਕੋਸ਼ਿਸ਼ ਕੀਤੀ, ਝੰਡੇ ਲੈ ਕੇ ਆਪਾਂ ਨੇ ਪਿੱਛੋਂ ਹੀ ਧੱਕਤਾ ਉਹਨੂੰ ਬਾਹਰ। ਇਸ ਕਰਕੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਅਸੀਂ ਤੇ ਕੰਗਣ ਨਹੀਂ ਦਿੰਦੇ। ਅੰਦੋਲਨ ਪੀਸਫੁਲ ਦੇ ਵਿੱਚ ਕੋਈ ਰੌਲਾ ਨਹੀਂ, ਤੁਸੀਂ ਵੀ ਦੇਖਦੇ ਹੋ ਉਹ ਦਿਨ ਦਾ ਅੰਦੋਲਨ ਪੀਸਫੁਲੀ ਚੱਲ ਰਿਹਾ, ਨੌਜਵਾਨਾਂ ਦਾ ਕਿੱਡਾ ਵੱਡਾ ਹਿੱਸਾ ਇੱਥੇ ਆਇਆ ਹੋਇਆ, ਸਾਰੇ ਸਾਡੇ ਨਾਲ ਠੀਕ ਚੱਲ ਰਹੇ ਨੇ। ਇਹ ਉਹਨਾਂ ਨੇ ਠੀਕ ਹੀ ਕਹੀ ਹੈ, ਮੋਦੀ ਸਾਹਿਬ ਝੂਠ ਮਾਰਦੇ ਨੇ। ਰਾਜਨਾਥ ਕਹਿੰਦੇ ਨੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਕਿ ਕਿਸਾਨਾਂ ਨੂੰ 2 ਸਾਲ ਜਿਹੜੇ ਇਹ ਕਾਨੂੰਨ ਨੇ ਉਹ ਵਰਤ ਕੇ ਦੇਖ ਲੈਣੇ ਚਾਹੀਦੇ ਨੇ, ਕਿਉਂਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ, ਜੋ ਪ੍ਰਧਾਨ ਮੰਤਰੀ ਨਹੀਂ ਹੁੰਦਾ ਉਹ ਇੱਕ ਸੰਸਥਾ ਹੁੰਦੀ ਹੈਗੀ, ਉਹ ਬੜੇ ਰਿਸਪੈਕਟਫੁਲੀ ਤਰੀਕੇ ਦੇ ਨਾਲ ਉਹ ਕਿਸਾਨਾਂ ਦੀ ਗੱਲ ਸੋਚਦੇ ਨੇ। ਕਿਸਾਨ ਦੇ ਬੇਟੇ ਨੇ ਉਹ, ਮੈਂ ਵੀ ਕਿਸਾਨ ਦਾ ਬੇਟਾ, ਉਹ ਬੜੇ ਜ਼ੋਰ ਦੋ ਕੇ ਕਹਿੰਦੇ ਨੇ ਕਿ ਕਾਨੂੰਨ ਵਧੀਆ ਨੇ। ਮਤਲਬ ਕਿ ਇਹ 2 ਚੀਜ਼ਾਂ ਫਿਰ ਉਹੀ ਨਿਕਲ ਕੇ ਸਾਹਮਣੇ ਆ ਜਾਂਦੇ ਨੇ। ਇੱਕ ਪਾਸੇ ਮੀਟਿੰਗ ਤੇ ਗੱਲਬਾਤ ਹੁੰਦੀ ਆ ਤੇ ਦੂਜੇ ਪਾਸੇ 2 ਸਾਲ ਹੀ ਤੁਸੀਂ ਵਰਤ ਕੇ ਦੇਖੋ। ਰਾਜਨਾਥ ਪਤਾ ਨਹੀਂ ਕਿਹੜੇ ਸਟੇਸ਼ਨ ਤੋਂ ਬੋਲੀ ਜਾਂਦੇ ਨੇ ਵੀ 2 ਸਾਲ ਤੁਸੀਂ ਵਰਤ ਕੇ ਦੇਖ ਲਓ। ਜਦੋਂ 2 ਸਾਲ ਵਰਤ ਲਏ ਫਿਰ ਇਹਦਾ ਅੰਦੋਲਨ ਕਿਹਨੇ ਹੋਣਾ? 2 ਸਾਲ 'ਚ ਸਾਡਾ ਕੰਗਾ ਨਹੀਂ ਕਰ ਦੋਗੇ ਤੁਸੀਂ? ਕਿਸਾਨੀ ਕੀਤਾ 2 ਸਾਲ ਦੇ ਵਿੱਚ ਹੀ ਤਬਾਹ ਹੋ ਜਾਊਗਾ। 2 ਸਾਲ 'ਚ 4 ਫਸਲਾਂ ਹੋ ਗਈਆਂ। ਜੇ ਇੱਕ ਖੁੱਲੀ ਮੰਡੀ ਦੇ ਵਿੱਚ ਵਪਾਰੀ ਆ ਗਿਆ, ਉਹਦਾ ਦੂਜੀ ਵਾਰੀ ਫਸਲ ਤੇ ਜਿਹੜੀ ਸਰਕਾਰੀ ਖਰੀਦ ਆ ਉਦੋਂ ਮੰਡੀ 'ਚ ਨਹੀਂ ਆਉਣ ਦੇਣੀ, ਮੰਡੀ ਸੁਨਸਰਾ ਹੋ ਜੂ। ਇਸ ਕਰਕੇ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਰਾਜਨਾਥ ਜੀ ਪਹਿਲੀ ਗੱਲ ਤੇ ਰਹਿਣ ਕਿ ਕਿਸਾਨਾਂ ਨੂੰ ਅੱਤਵਾਦੀ ਨਾ ਕਹੋ। ਕਿਸਾਨ ਅੰਦੋਲਨ ਕਰ ਰਹੇ ਨੇ, ਇਹਨਾਂ ਦਾ ਜਮਹੂਰੀ ਹੱਕ ਹੈ। ਜਿਹੜੇ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਨੇ, ਜਿਹੜੇ ਨਕਸਲਵਾਦੀ ਕਹਿੰਦੇ ਨੇ, ਖਾਲਿਸਤਾਨੀ ਕਹਿੰਦੇ ਨੇ, ਗਲਤ ਹੈ। ਉਸ ਗੱਲ ਤੇ ਰਹਿਣਾ ਤੇ ਕਹਿਣ ਮੋਦੀ ਸਾਹਿਬ ਨੂੰ ਤੂੰ ਇਹਨਾਂ ਦੀ ਗੱਲ ਸੁਣਦਾ ਕਿਉਂ ਨਹੀਂ? ਜਦੋਂ ਇਹਨਾਂ ਦੇ ਪਸੰਦ ਨਹੀਂ ਕਾਨੂੰਨ, ਤੁਸੀਂ ਕਿਉਂ ਜ਼ਬਰਦਸਤੀ ਕਿਉਂ ਠੋਸਦੇ ਹੋ ਇਹਨਾਂ ਤੇ? ਇਹ ਗੱਲ ਕਹਿਣ ਨਾ ਰਾਜਨਾਥ ਸਾਹਿਬ। ਕਹਿੰਦੇ ਪ੍ਰਧਾਨ ਮੰਤਰੀ ਨੂੰ ਜਿਹੜੇ ਕਈ ਕਿਸਾਨ ਨੇ ਉਹ ਜਦੋਂ ਕਹਿੰਦੇ ਅਸੀਂ ਸ਼ਾਮ ਨੂੰ ਟੀਵੀ ਦੇਖਦੇ ਆ ਤਾਂ ਇੰਟਰਵਿਊ ਸੁਣਦੇ ਆਂਗੇ, ਉਹ ਟੀਵੀ ਦੇ ਵਿੱਚ ਚੱਲਦਾ ਹੁੰਦਾ ਤਾਂ ਉਹ ਕਈ ਇਸ ਤਰ੍ਹਾਂ ਦੇ ਸ਼ਬਦਾਂ ਵਰਤੇ ਜਾਂਦੇ ਨੇ ਪ੍ਰਧਾਨ ਮੰਤਰੀ ਲਈ, ਜਿਹੜੇ ਕਿ ਕਹਿੰਦੇ ਨੇ ਬਹੁਤ ਨਿੰਦਣੀ ਹੈ। ਇਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਇਸ ਸਮੇਂ ਹੋ ਰਿਹਾ ਹੈਗਾ। ਇਸ ਤਰ੍ਹਾਂ ਨਹੀਂ ਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਜਾਂ ਹੋਰ ਨੇਤਾਵਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਹੋਣ। ਵੀ ਉਹ ਕਹਿੰਦੇ ਕਿ ਪਹਿਲੀ ਵਾਰ ਦੇਖਿਆ, ਪਰ ਲੇਕਿਨ ਉਹ ਕਿਸਾਨ ਨਹੀਂ ਹੋ ਸਕਦੇ ਜਿਹੜੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲਈ, ਕਾਲੇ ਕਾਨੂੰਨ ਦੇ ਲਈ, ਉਹਨਾਂ ਨੂੰ ਗਾਲੀਆਂ ਤੱਕ ਦੇ ਰਹੇ। ਦੇਖੋ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਬੰਦਾ ਤਾਂ ਕੋਈ ਨਹੀਂ ਗਾਲੀ ਦਿੰਦਾ, ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਗਲਤ ਸ਼ਬਦ। ਦੇਸ਼ ਦੇ ਪ੍ਰਧਾਨ ਮੰਤਰੀ ਕੀ, ਅਸੀਂ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੂੰ ਜਾਂ ਕਿਸੇ ਅਫਸਰ ਨੂੰ ਜਾਂ ਬਿਊਰੋਕਰੇਸੀ ਨੂੰ ਗਲਤ ਨਹੀਂ ਕਦੇ ਵੀ ਬੋਲਦੇ। ਖਾਸ ਕਰਕੇ ਸਾਡਾ ਤਾਂ ਇਹ ਹੈ ਵੀ ਅਸੀਂ ਤਾਂ ਨਹੀਂ ਬੋਲਦੇ। ਜੇ ਹੁਣ ਦੇਸ਼ ਦੇ ਵੋਟਰ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢਦੇ ਨੇ, ਇਹਦਾ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਵੀ ਮੇਰਾ ਨਕਸ਼ਾ ਖਰਾਬ ਕਿਉਂ ਹੋ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੇ ਹੁਣ ਤੱਕ ਚੰਗੇ ਕੰਮ ਕੀਤੇ ਨੇ ਤਾਂ ਨੋਟਬੰਦੀ ਦੇ ਵਿੱਚ ਕਾਲਾ ਧਨ ਤਾਂ ਸਾਰਾ ਚਿੱਟਾ ਕਰਤਾ। ਜਿਹੜੇ ਕਾਲੇ ਧਨ ਨੂੰ ਤੋਂ 15 ਲੱਖ ਰੁਪਏ ਕਹਿੰਦਾ ਸੀ ਮੈਂ ਕਢਾ ਕੇ 15 ਲੱਖ ਰੁਪਏ ਵੰਡੂਗਾ, ਉਹ ਤਾਂ ਸਾਰਾ ਵੱਡੇ ਘਰਾਣਿਆਂ ਨੂੰ ਖਵਾਤਾ। ਜਿਹੜੇ ਕਾਲੇ ਧਨ ਨੂੰ ਕਹਿੰਦੀ ਮੈਂ ਸਦਾ ਵਾਸਤੇ ਖਤਮ ਕਰ ਦੂੰਗਾ, ਸਦਾ ਵਾਸਤੇ ਖਤਮ ਕਰਤਾ, ਪਰ ਗਿਆ ਕਿੱਧਰ? ਉਹ ਚਿੱਟਾ ਤਾਂ ਉਹਨਾਂ ਨੇ ਬਣਾ ਲਿਆ। ਜਿਹੜੇ ਜਿੰਨਾ ਕਾਲਾ ਧਨ ਦੀ ਸਮਾਪਤੀ ਦਾ ਕਰਤੀ ਦਾ ਇੱਕ ਵਾਅਦਾ ਤਾਂ ਪੂਰਾ ਕਰਤਾ, ਪਰ ਕਾਲਾ ਧਨ ਕਢਾ ਕੇ ਵੰਡਿਆ ਕਿਹਨੂੰ? ਉਹਨਾਂ 'ਚ ਹੀ ਵੰਡਤਾ, ਉਹਨਾਂ ਤੋਂ ਹੀ ਲੈ ਕੇ। ਉਹਨਾਂ ਦਾ ਕਾਲਾ ਧਨ ਬਣਾ ਕੇ ਉਹਨਾਂ ਨੂੰ ਰਾਤੋਂ ਰਾਤ ਚਿੱਟਾ ਕਰ ਲਿਆ ਉਹਨਾਂ ਨੇ ਸਾਰਾ। ਤੇ ਜਿਹੜੇ ਸਾਡੇ ਬੁੜੀਆਂ ਕੋਲੇ ਪੈਸੇ ਪਏ ਤੇ 4 ਉਹ ਕਢਾ ਕੇ ਤਾਂ ਬੈਂਕਾਂ 'ਚ ਭਰਤੇ ਤੇ ਬੈਂਕਾਂ ਦੀ ਤੋੜ ਪੂਰੀ ਕਰਤੀ ਤੇ ਉਹਨਾਂ ਦਾ ਵੱਡੇ ਘਰਾਣੇ ਦੇ ਹਿੱਤ ਪੂਰੇ ਕਰਤੇ। ਕੋਈ ਫਾਇਦਾ ਕਿਸੇ ਇੱਕ ਪਾਲਿਸੀ ਨਾਲ ਦੱਸੋ? GST ਨਾਲ ਕੋਈ ਫਾਇਦਾ ਹੋਇਆ ਰਾਜਾਂ ਦਾ? NRC ਨਾਲ ਕੋਈ ਫਾਇਦਾ ਹੋਇਆ ਕਿਸੇ ਦਾ? ਧਾਰਾ 370 ਨਾਲ ਇਹਦਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਫਾਇਦਾ ਹੋ ਗਿਆ? 3 ਤਲਾਕ ਨਾਲ ਮੁਸਲਮਾਨਾਂ ਦਾ ਫਾਇਦਾ ਹੋ ਗਿਆ? ਆ ਬਾਬਰੀ ਮਸਜਿਦ ਦੇ ਨਾਲ ਹਿੰਦੂਆਂ ਦਾ ਕੋਈ ਫਾਇਦਾ ਹੋ ਗਿਆ? ਇਹ ਜਿਹੜੀਆਂ ਗੱਲਾਂ ਕਰ ਰਿਹਾ ਹੈ ਮੋਦੀ ਸਾਹਿਬ, ਹੁਣ ਤੱਕ ਦੱਸੇ ਤਾਂ ਸਹੀ ਵੀ ਕਿਹੜੀ ਗੱਲ ਨੇ ਇੱਕ ਲੋਕਾਂ ਦਾ ਫਾਇਦਾ ਕਰਤਾ। ਵਾਹਵਾ ਖੱਟੀ ਕਿਹੜੀ ਗੱਲ ਨੇ ਖਟਵਾਈ ਉਹਦੀ? ਜਿੰਨੇ ਸਟੈਪ ਚੱਕੇ ਨੇ ਹੁਣ ਤੱਕ ਕੋਈ ਤਾਂ ਇੱਕ ਸੀਖ ਦੱਸੋ ਉਹਦਾ ਵੀ ਲੋਕਾਂ ਨੇ ਐਂ ਕਿਹਾ ਵੀ ਬਹੁਤ ਵਧੀਆ ਕੰਮ ਕਰਤਾ। ਆਪਣੇ ਆਪ ਨੂੰ ਮੀਆਂ ਮਿੱਠੂ ਕਰਨਾ, ਆਪੇ ਕਹਿਣਾ ਵੀ ਬਹੁਤ ਵਧੀਆ ਕੰਮ ਕਰ ਰਿਹਾ ਮੈਂ, ਬਹੁਤ ਵਧੀਆ ਕਾਨੂੰਨ ਨੇ। ਜਿਨ੍ਹਾਂ ਤੇ ਤੇਰੇ ਕਾਨੂੰਨ ਲਾਗੂ ਹੋਣ ਨੇ ਉਹ ਤਾਂ ਸਾਰੇ ਸੜਕਾਂ 'ਤੇ ਬੈਠੇ ਨੇ। ਤੂੰ ਕਹੀ ਜਾਂਦੇ ਕਾਨੂੰਨ ਬਹੁਤ ਵਧੀਆ ਨੇ। ਇਹ ਗਾਲਾਂ ਖਾਣ ਦੀ ਗੱਲੇ ਨੇ। ਇਹ ਲੋਕ ਗਾਲਾਂ ਦੇਣਗੇ ਤੈਨੂੰ। ਜਿਹੜੇ ਸਧਾਰਨ ਲੋਕ ਨੇ ਉਹ ਤਾਂ ਗਾਲਾਂ ਦੇਣਗੇ, ਜਿਹੜੇ ਜ਼ਿੰਮੇਵਾਰ ਨੇ ਉਹ ਨਹੀਂ ਤੇਰੇ ਵਾਸਤੇ ਕਹਿਣਗੇ ਸ਼ਬਦ ਦੀ ਵਰਤੋਂ ਕਰਦੇ। ਪਰ ਕੀ ਕਰਾਂਗੇ ਅਸੀਂ? ਜਿਹੜੇ ਪਿੰਡਾਂ ਦੇ ਖੁੰਡਾਂ ਤੇ ਲੋਕ ਬੈਠੇ ਨੇ, ਬੁੜੀਆਂ ਬੈਠੀਆਂ ਨੇ, ਰੋਟੀ ਪਕਾਉਂਦੀਆਂ ਨੇ, 70 80 ਸਾਲ ਦੀਆਂ ਬੁੜੀਆਂ ਸੜਕ ਤੇ ਬੈਠੇ ਨੇ, ਉਹ ਤੈਨੂੰ ਗਾਲਾਂ ਕੱਢਣਗੀਆਂ, ਹੋਰ ਤੈਨੂੰ ਕੀ ਕਰਨਗੀਆਂ ਉਹ? ਹੁਣ ਅਗਲਾ ਸਟੈਪ ਕਿੱਦਾਂ ਹੋ ਰਿਹਾ ਹੈਗਾ? ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਚੱਲੇਗਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕਿਸ ਤਰ੍ਹਾਂ ਦਾ ਸਟੈਪ ਚੱਕ ਰਹੀ ਹੈ ਅੱਗੇ? ਕਿਸ ਤਰ੍ਹਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ?
ਸਾਡੇ ਲਈ ਤਾਂ ਭਰਾਵਾ ਨਵਾਂ ਸਾਲ ਉਦੋਂ ਹੋਊਗਾ ਜਿੱਦੇ ਕਾਨੂੰਨ ਰੱਦ ਹੋ ਜਾਣਗੇ। ਸਾਡੇ ਵਾਸਤੇ ਤਾਂ ਜੇ ਪੁਰਾਣਾ ਸਾਲ ਹੀ ਚੱਲਦਾ। ਇਸ ਕਰਕੇ ਜਨਵਰੀ ਚੜ੍ਹ ਗਈ, 2021 ਸ਼ੁਰੂ ਹੋ ਗਿਆ। ਅਸੀਂ ਦੇਖ ਕੇ 2 ਜਨਵਰੀ ਨੂੰ ਮਾਰਚ ਕਰ ਰਹੇ ਹਾਂ, ਟਰੈਕਟਰ ਮਾਰਚ ਪਿੰਡਾਂ ਦੇ ਵਿੱਚ। ਹਰਿਆਣੇ ਦੇ ਪਿੰਡਾਂ ਦੇ ਲੋਕਾਂ ਨੂੰ ਉਠਾਵਾਂਗੇ, ਅਵੇਅਰ ਕਰਾਂਗੇ, ਅੰਦੋਲਨ ਨੂੰ ਹੋਰ ਵੱਡਾ ਕਰਾਂਗੇ। ਇਸੇ 'ਚ ਹੀ ਸਾਡੀ ਤਾਕਤ ਹੈ, ਇਹ ਸਾਡਾ ਜਮਹੂਰੀ ਹੱਕ ਹੈ, ਇਹਦੀ ਅਸੀਂ ਵਰਤੋਂ ਕਰਾਂਗੇ। ਪੀਸਫੁਲ ਅੰਦੋਲਨ ਚਲਾਵਾਂਗੇ, ਲੰਮਾ ਟਾਈਮ ਤੱਕ ਚਲਾਉਣ ਦੀ ਤਿਆਰੀ ਕਰ ਰਹੇ ਹਾਂ। ਹਰਿਆਣਾ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ। ਉਹ ਕਹਿ ਰਹੇ ਨੇ ਕਿ ਜਿਹੜਾ 2 ਤਰੀਕ ਨੂੰ ਟਰੈਕਟਰ ਮਾਰਚ ਨਿਕਲ ਗਿਆ, ਉਹਦੇ ਵਿੱਚ ਕਰੀਬ ਤੋਂ ਕਰੀਬ 3000 ਟਰੈਕਟਰ ਸ਼ਾਮਲ ਹੋਣ। 3000 ਹਰਿਆਣੇ ਦਾ ਹੋ ਤੇ 1000 ਸਾਡਾ 4000 ਟਰੈਕਟਰ ਸ਼ਾਮਲ ਹੁੰਦਾ ਤੇ ਧੂ ਨਹੀਂ ਪਾਊਗਾ ਹਰਿਆਣੇ 'ਚ। ਬੱਚੇ ਨੂੰ ਨਹੀਂ ਸੜਕਾਂ ਤੇ ਠਾ ਦਾਂਗੇ। ਹਰਿਆਣੇ ਦੇ ਵਿੱਚ ਸਰਕਾਰ ਨੂੰ ਖੱਟਣ ਨੂੰ ਤਾਂ ਸੋਚਣਾ ਪਊਗਾ ਵੀ ਮੇਰਾ ਕੀ ਬਣਦਾ। ਤੇ ਜਿਹੜੀ ਕੇਂਦਰ ਦੇ ਵਿੱਚ ਪਾਵਰ ਬੈਠੀ ਹੈ, ਇਹ ਪਾਵਰ ਨੂੰ ਵੀ ਦੇਖਣਾ ਪਊਗਾ ਵੀ ਸਾਡਾ ਦੂਜੇ ਸਟੇਟਾਂ ਦੇ ਵਿੱਚ ਕੀ ਬਣਦਾ। ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ, ਪੱਛਮੀ ਬੰਗਾਲ 'ਚ ਚੋਣਾਂ ਆ ਰਹੀਆਂ ਨੇ, ਯੂਪੀ 'ਚ ਵੀ ਚੋਣਾਂ ਹੁਣ ਨੇੜੇ ਲੱਗੀਆਂ ਹੋਈਆਂ ਨੇ। ਵੱਡੀਆਂ ਸਟੇਟਾਂ ਦੇ ਵਿੱਚ ਚੋਣਾਂ ਆ ਰਹੀਆਂ ਨੇ। ਪੋਲੀਟੀਕਲ ਜੀਵਨ ਨੂੰ ਖਤਰਾ ਹੋਣਾ ਇਹਨਾਂ ਦੇ ਨੂੰ, ਪੋਲੀਟੀਕਲ ਨੁਕਸਾਨ ਇਹਨਾਂ ਦਾ ਇੰਨਾ ਹੋ ਰਿਹਾ ਹੈ, ਫਿਰ ਇਹਨਾਂ ਨੂੰ ਸੋਚਣਾ ਚਾਹੀਦਾ। ਟਰੈਕਟਰ ਮਾਰਚ ਇਹ ਕਿੱਥੋਂ ਸ਼ੁਰੂ ਹੋਏਗਾ ਤੇ ਕਿੰਨੇ ਦਿਨ ਦਾ ਟਰੈਕਟਰ ਮਾਰਚ ਹੈ? ਕਿੰਨੇ ਕਿਸਾਨ ਸ਼ਾਮਲ ਹੋ ਰਹੇ ਨੇ ਤੁਹਾਡੇ ਵੱਲੋਂ? ਟਿੱਕਰੀ ਤੋਂ ਸ਼ੁਰੂ ਹੋਊਗਾ ਇਹ। 3000 ਕਿਸਾਨ ਸਾਡਾ ਹੋਊਗਾ, ਬਾਕੀ ਹਰਿਆਣੇ ਦੇ ਹੋਣਗੇ। ਕਿੰਨੇ ਕਿਸਾਨਾਂ ਦੇ ਕਿੱਥੇ ਕਾਬਲੇ ਖੜ੍ਹਦੇ ਨੇ। ਸ਼ਾਹਜਹਾਂਪੁਰ ਮੋਰਚੇ ਦੇ ਵਿੱਚ ਜਾਊਗਾ, ਉੱਥੋਂ ਵਾਪਸ ਮੁੜੂਗਾ। ਸ਼ਾਹਜਹਾਂਪੁਰ ਪਹੁੰਚਣ ਦਾ ਮਤਲਬ ਕਿ ਇੱਕ ਦਿਨ ਦੇ ਵਿੱਚ ਜਾਣਾ ਜਾਂ ਰਸਤੇ ਵਿੱਚ ਸਟੈਪ ਬਾਈ ਸਟੈਪ? ਦੇਖੋ ਇਹ ਰੂਟ ਦੱਸੂਗਾ। ਅੱਜ ਰੂਟ ਕਰਨ ਗਏ ਨੇ ਤਾਂ ਕਿੰਨਾ ਰੂਟ ਲੰਮਾ ਬਣਦਾ, ਕਿੱਥੇ ਰਾਤ ਨੂੰ ਸਟਾਪ ਵੀ ਕੀਤੀ ਜਾ ਸਕਦੀ ਕਿਸੇ ਜਗ੍ਹਾ 'ਤੇ, ਕਿਉਂਕਿ ਪਿੰਡਾਂ ਦਾ ਮਾਰਚ ਹੈ, ਟਰੈਕਟਰਾਂ ਦਾ ਮਾਰਚ ਹੈ, ਹੌਲੀ ਜਾਊਗਾ। ਉੱਥੇ ਜੇ ਰਾਤ ਇੱਕ ਰਸਤੇ 'ਚ ਕੱਟਣੀ ਪਏਗੀ, ਦੂਜੀ ਰਾਤ ਰਸਤੇ 'ਚ ਲੱਗਦੀ ਹੈ। ਸ਼ਾਹਜਹਾਂਪੁਰ ਜਾ ਕੇ ਕਾਫਲਾ ਖਤਮ ਹੁੰਦਾ, ਮਾਰਚ ਹੁੰਦਾ। ਉਹ ਜਿਹੜੇ ਅਗਵਾਈ ਕਰਨ ਵਾਲੀ ਟੀਮ ਹੈ ਉਹਨਾਂ ਨੂੰ ਨਹੀਂ ਪਤਾ, ਉਹ ਦੱਸਣਗੇ। ਲਾਸਟ ਵਿੱਚ ਜੇ ਇੱਕ ਛੋਟੇ ਸ਼ਬਦਾਂ ਦੇ ਵਿੱਚ ਆਮ ਸਾਡੇ ਕਿਸਾਨਾਂ ਨੂੰ ਅਪੀਲ ਕਰਨੀ ਹੋਵੇ ਤਾਂ ਕਿਸਾਨਾਂ ਨੂੰ ਇਸ ਕਾਨੂੰਨ ਦੇ ਬਾਰੇ ਸਮਝਾਉਣਾ ਹੋਵੇ, ਜਿਹੜੀਆਂ ਮੀਟਿੰਗਾਂ ਹੁਣ ਤੱਕ ਹੋਈਆਂ ਨੇ, ਹੁਣ ਤੱਕ ਮਤਲਬ ਕਿ ਕਹਿ ਸਕਦੇ ਹਾਂ ਕਿ ਪੁਰਾਣਾ ਸਾਲ ਆ ਜਿਹੜਾ 2020 ਜਿਹੜਾ ਉਹ ਬੀਤ ਚੁੱਕਿਆ। 2020 ਦੇ ਵਿੱਚ ਕਿੰਨਾ ਕੁਝ ਹੋਇਆ ਤੇ ਕਿੰਨਾ ਹੁਣ ਜਿਹੜੀਆਂ ਕਿਸਾਨਾਂ ਦਾ ਬਾਕੀ ਰਹਿ ਗਿਆ, ਕਿਹੜਾ ਨਵੇਂ ਸਾਲ ਦੇ ਵਿੱਚ ਹੋਣ ਵਾਲਾ, ਜੇ ਛੋਟੇ ਸ਼ਬਦਾਂ ਵਿੱਚ? ਦੇਖੋ 2020 ਦੇ ਵਿੱਚ ਇਸ ਅੰਦੋਲਨ ਨੇ ਜੋ ਸਾਨੂੰ ਦਿੱਤਾ ਹੈ, ਬਹੁਤ ਕੁਝ ਆਪਾਂ ਹਾਸਲ ਕਰ ਲਿਆ। ਪੰਜਾਬ ਦੇ ਵਿੱਚ ਐਡੀ ਵੱਡੀ ਮੂਵਮੈਂਟ ਕਦੇ ਨਹੀਂ ਸੀ ਉੱਠੀ ਜਿਹੜੀ ਐਡੀ ਵੱਡੀ ਮੂਵਮੈਂਟ ਹੋ ਗਈ। ਕੱਲੇ ਪੰਜਾਬ ਦੀ ਨਹੀਂ ਰਹੀ, ਨੈਸ਼ਨਲ ਦੀ ਬਣ ਗਈ, ਇੰਟਰਨੈਸ਼ਨਲ ਦੀ ਬਣ ਗਈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਹਿੱਸੇ ਪੰਜਾਬ ਦੇ, ਹਰਿਆਣੇ ਦੇ ਲੋਕਾਂ ਦੇ ਸ਼ਾਮਲ ਹੋ ਰਹੇ ਨੇ। ਬਹੁਤ ਵੱਡਾ ਅੰਦੋਲਨ ਹੈ ਇਹ, ਇਤਿਹਾਸਕ ਅੰਦੋਲਨ ਬਣ ਗਿਆ। ਜਿੱਤ ਵਾਲੀ ਦੂਰ ਨਹੀਂ, ਜਿਹੜੀਆਂ ਪ੍ਰਾਪਤੀਆਂ ਹੋਈਆਂ ਨੇ ਉਹ ਤੇ ਬਾਹਲਾ ਖੁਸ਼ ਹੋਣ ਦੀ ਲੋੜ ਨਹੀਂ। ਜਿਹੜੀਆਂ ਵੱਡੀਆਂ ਪ੍ਰਾਪਤੀਆਂ ਲੈ ਕਰਨੀਆਂ ਬਾਕੀ ਨੇ, ਉੱਥੋਂ ਤੱਕ ਲੜਨ ਦਾ ਤਿਹਿਆ ਕਰੋ, ਉੱਥੋਂ ਤੱਕ ਲੜਨ ਦਾ ਦਾਅਵਾ ਕਰੋ, ਉੱਥੋਂ ਤੱਕ ਲੜਨ ਦੀ ਹਿੰਮਤ ਰੱਖੋ, ਸੰਘਰਸ਼ ਕਰਨ ਦੇ ਹੌਸਲੇ ਰੱਖੋ। ਜਿੱਤਾਂਗੇ ਲਾਜ਼ਮੀ ਹਰ ਹਾਲਤ 'ਚ, ਮੇਰਾ ਇਹ ਸੁਨੇਹਾ ਹੈ। ਬਿਲਕੁਲ, ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈਗੀ। ਇਸ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿਸਾਨਾਂ ਨੂੰ ਉਹਨਾਂ ਨੂੰ ਜਿੱਤ ਜਿਹੜੀ ਬੇਹੱਦ ਨਜ਼ਦੀਕ ਹੈ, ਹੌਸਲੇ ਬਣਾ ਕੇ ਰੱਖਣੇ ਚਾਹੀਦੇ ਨੇ। ਅਸੀਂ ਜੰਗ ਬੇਹੱਦ ਕਰੀਬ ਆ ਜੰਗ ਜਿੱਤਣ ਦੇ। ਨਵੇਂ ਸਾਲ ਦੇ ਵਿੱਚ ਅਸੀਂ ਜਲਦੀ ਹੀ ਇਹ ਕਾਨੂੰਨਾਂ ਨੂੰ ਰੱਦ ਕਰਵਾ ਕੇ ਘਰ ਵਾਪਸ ਪਹੁੰਚ ਜਾਵਾਂਗੇ ਤੇ ਨਾਲ ਹੀ 2 ਜਨਵਰੀ ਨੂੰ ਯਾਨੀ ਕਿ ਨਵੇਂ ਸਾਲ ਦੇ ਵਿੱਚ 2 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇੱਕ ਵੱਡਾ ਸੰਘਰਸ਼ ਉਲੀਕਣ ਜਾ ਰਹੀ ਹੈ ਕਿ ਹਰਿਆਣਾ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕੱਢਿਆ ਜਾਏਗਾ। 4 ਦਿਨ 2 ਤਰੀਕ ਨੂੰ ਸ਼ੁਰੂ ਹੋਏਗਾ ਤੇ 4 ਤਰੀਕ ਨੂੰ ਦੁਬਾਰਾ ਉਹ ਵਾਪਸ ਹੋਏਗਾ। ਜਿੱਥੋਂ ਕਿ ਹਰਿਆਣਾ ਦੇ ਕਿਸਾਨਾਂ ਦਾ ਗੱਲ ਆ ਕਿ 2 ਜਗ੍ਹਾ ਹਰਿਆਣਾ ਦੇ ਵਿੱਚ ਰਾਤ ਨੂੰ ਪੜਾਅ ਕੀਤੇ ਜਾਣਗੇ ਤੇ ਖਾਣ ਪੀਣ ਦਾ ਜੋ ਰਹਿਣ ਸਹਿਣ ਦਾ ਇੰਤਜ਼ਾਮ ਆ ਉਹ ਹਰਿਆਣਾ ਦੇ ਕਿਸਾਨ ਨੇ ਜਿਹੜੇ ਉਹ ਕਰ ਰਹੇ ਨੇ। 1000 ਤੋਂ 1500 ਦੇ ਕਰੀਬ ਜਿਹੜਾ ਟਰੈਕਟਰ ਹੈ ਉਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸ਼ਾਮਲ ਹੋਏਗਾ ਤੇ 3000 ਦੇ ਕਰੀਬ ਟਰੈਕਟਰ ਜਿਹੜਾ ਕਿ ਹਰਿਆਣਾ ਦੇ ਕਿਸਾਨ ਨੇ ਜਿਹੜੇ ਕਹਿ ਰਹੇ ਨੇ ਉਹ ਨਾਲ ਲੈ ਕੇ ਸ਼ਾਮਲ ਹੋਣਗੇ ਤਾਂ ਜੋ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਕੈਮਰਾਮੈਨ ਕੁਲਵੀਰ ਨਮੋਲ ਦੇ ਨਾਲ ਵਿੱਕੀ ਭੁੱਲਰ, ਲਿਵਿੰਗ ਇੰਡੀਆ, ਟਿੱਕਰੀ ਬਾਰਡਰ, ਦਿੱਲੀ।